सतनाम वाहिगुरु साहिब जियो। मांझ महला तीजा। माया मोह जगत सबाया। त्रैगुण दिसह मोहे माया। माया मोह जगत सबाया। त्रैगुण दिसह मोहे माया। गुर प्रसादी को विरला बूझै। चौथै पद लिव लावणिया। हौं वारी जियों वारी। माया मोह शब्द जलावणिया। माया मोह जलाए सो हर स्यों चित लाए। हर दर महली शोभा पावणिया। रहाओ सफल जन्म जिना सतगुर पाया। दूजा भाओ गुर शब्द जलाया। एको रव रहया घट अंतर। मिल सत संगत हर गुण गावणिया। सतगुर ना सेवे सो काहे आया। त्रिग जीवन बिरथा जन्म गवाया। मनमुख नाम चित ना आवे। बिन नावै बहु दुख पावणिया। जिन शिष्ट साजी सोई जानै। आपे मेलै शब्द पछाणै। नानक नाम मिलया तिन जन को। जिन धुर मस्तक लेख लिखावणिया। जिन शिष्ट साजी सोई जानै। आपे मेलै शब्द पछाणै। नानक नाम मिलया तिन जन को। जिन धुर मस्तक लेख लिखावणिया। वाहिगुरु जी का खालसा वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी की अपरपार बख्शिश। शाम समय ओंटारियो खालसा दरबार की पावन ਅਸਥਾਨ ਤੋਂ ਦੀਵਾਨ ਤੋਂ ਅਸੀਂ ਗੁਰਸ਼ਬਦ ਨਾਲ ਜੁੜ ਰਹੇ ਹਾਂ। ਗੁਰਬਾਣੀ ਕੀਰਤਨ ਆਪ ਸਰੋਤ ਕਰ ਰਹੇ ਸੀ। ਇਹ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ, ਜਿਸ ਵਿੱਚ ਮਾਝ ਰਾਗ ਦੇ ਅਸ਼ਟਪਦੇ ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਨਾਨਕ ਦੁਆਰਾ ਉਚਰਿਤ ਕੀਤੇ ਗਏ ਪਾਵਨ ਸੰਦੇਸ਼ ਅਸੀਂ ਵਿਚਾਰਦੇ ਹਾਂ। ਸ਼ਬਦ ਜੋ ਆਪਨੇ ਸਰਵਨ ਕੀਤਾ ਹੈ, ਇਹ ਬੀਤੇ ਤੋਂ ਅਸੀਂ ਵਿਚਾਰ ਰਹੇ ਹਾਂ। ਇਸ ਪਾਵਨ ਸ਼ਬਦ ਦੇ 5 ਪਦੇ ਅਸੀਂ ਵਿਚਾਰੇ ਨੇ। 6 ਨੰਬਰ ਬੰਦ ਤੋਂ ਵਿਚਾਰ ਅੱਗੇ ਤੋਰਾਂਗੇ। ਹਮੇਸ਼ਾ ਦੀ ਤਰ੍ਹਾਂ ਵਿਚਾਰ ਦਾ ਆਗਾਜ਼ ਮੁੱਖ ਸੁਨੇਹੇ ਦੀ ਡਿਸਕਸ਼ਨ ਤੋਂ ਹੀ ਸ਼ੁਰੂ ਕਰਾਂਗੇ। ਗੁਰਦੇਵ ਜ਼ਿਕਰ ਕਰ ਰਹੇ ਨੇ, ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ। ਬੜੀ ਡਿਟੇਲਡ ਡਿਸਕਸ਼ਨ ਹੋਈ ਕਿ ਮਾਇਆ ਦਾ ਮਤਲਬ ਇਹ ਨਾ ਜਗਤ, ਨਾ ਸੰਸਾਰ, ਨਾ ਆਲਾ ਦੁਆਲਾ, ਨਾ ਰੋਕੜ, ਨਾ ਅਮੀਰੀ, ਨਾ ਗ੍ਰਸਤ ਜੀਵਨ, ਬੱਚੇ, ਇਸ ਨਹੀਂ ਗਾ। ਬਾਣੀ ਦੇ ਮੁਤਾਬਕ ਇੱਕ ਸਾਡੀ ਇਲਿਟਰੇਸ਼ਨ ਆ, ਜਿਹਦੇ ਵਿੱਚ ਅਸੀਂ ਫਸ ਕੇ ਇਸ ਸੰਸਾਰ ਨੂੰ ਜ਼ਹਿਰ ਬਣਾ ਲੈਂਦੇ ਹਾਂ, ਜਿਸ ਨੂੰ ਬਾਬਾ ਜੀ ਨੇ ਸਿੱਧੇ ਤੌਰ 'ਤੇ ਬਿਆਨ ਕੀਤਾ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਤੇ ਹਰੀ ਦਾ ਰੂਪ, ਪਰ ਤੂੰ ਵਿਸ ਬਣਾ ਲਿਆ, ਤੂੰ ਜਨਸਾਰ ਜ਼ਹਿਰ ਬਣਾ ਲਿਆ। ਜਾਂ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਿਹਦੇ 'ਚ ਹਰੀ ਵਿਸਰਿਆ, ਮੋਹ ਦੀ ਕੈਸੀ ਦਸ਼ਾ ਬਣੀ ਕਿ ਸੰਸਾਰ ਨੂੰ ਗ੍ਰਿਪ ਕਰਨ ਦੇ ਚੱਕਰ 'ਚ ਬੰਦਾ ਐਥੀਕਲੀ, ਪ੍ਰਿੰਸੀਪਲੀ, ਸਪਿਰਿਚੁਅਲੀ ਹਰ ਲੈਵਲ 'ਤੇ ਕਰਪਟ ਹੁੰਦਾ ਗਿਆ। ਫਿਰ ਇਹ ਮਾਇਆ ਬਣ ਗਈ। ਉਸ ਰੂਪ ਵਿੱਚ ਬਾਬਾ ਜੀ ਨੇ ਬਾਤ ਕੀਤੀ। ਅਤੇ ਇਹ ਮਾਇਆ ਮੋਹ ਇਤਨੀ ਡੀਪ ਚਲੀ ਗਈ ਕਿ ਇਹਦੇ 'ਚ ਬੰਦਾ ਇੱਕ ਤਰ੍ਹਾਂ ਨਾਲ ਗਲਤਾਨ ਹੋ ਗਿਆ। ਅਤੇ ਬਾਬਾ ਜੀ ਕਹਿੰਦੇ, ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ। ਜਿਹੜੇ ਸ਼ਬਦ ਦੀ ਸ਼ਮਾ ਬਾਲਦੇ ਅਤੇ ਉਹਦੇ ਆਸਰੇ ਦੇ ਨਾਲ ਇਸ
ਮੋਹ ਮਾਇਆ ਦੇ ਹਨੇਰੇ ਚੋਂ ਬਾਹਰ ਆ ਜਾਂਦੇ। ਅਗਲਾ ਬਚਨ ਸੀਗਾ ਸੈਕਿੰਡ ਲਾਈਨ ਇਸ ਰਹਾਉ ਦੇ ਬੰਦ ਦੀ, ਮਾਇਆ ਮੋਹ ਜਲਾਏ ਸਿਉ ਸੋ ਹਰਸਿਉ ਚਿਤ ਲਾਏ। ਬੀਤੇ 'ਚ ਵੀ ਬਾਤ ਹੋਈ, ਅਕਸਰ ਫਿਲਾਸਫੀ ਦੇ ਵਿੱਚ ਐਗਜ਼ਾਮਪਲ ਕੀਤੀ ਜਾਂਦੀ ਹੈ ਕਿ ਵੈਨ ਵੀ ਮੈਚ a stick of actually match, that time we experience two things together. One is kind of yellowish or reddish color, and second thing is ਜਿਹੜੀ ਉਹਦੇ 'ਚ ਇੱਕ ਤਰ੍ਹਾਂ ਦੇ ਨਾਲ ਫਾਇਰ ਆ, ਅੱਗ ਆ, ਜਲਨ। ਕਿਹਾ ਗਿਆ ਕਿਹੜੀ ਚੀਜ਼ ਪਹਿਲਾਂ ਹੁੰਦੀ, ਉਹ ਅੱਗ ਪਹਿਲਾਂ ਆਉਂਦੀ ਕਿ ਲਾਲ ਪਹਿਲਾਂ ਆਉਂਦਾ, ਜਾਂ ਲਾਲ ਪਹਿਲਾਂ ਆਉਂਦਾ ਤੇ ਗਰਮ ਬਾਅਦ ਵਿੱਚ ਆਉਂਦਾ। ਉਹ ਕਹਿੰਦੇ ਇਹਦੇ ਬਾਬਤ ਇਹ ਹੈ ਕਿ both comes on a same actually ਜਿਹੜਾ ਹੈਗਾ on same level, ਇੱਕਦਮ ਜਿਹੜਾ ਹੈਗਾ ਉਹਨਾਂ ਦੀ ਆਮਦ ਹੁੰਦੀ ਹੈ। ਇਨ ਬਿਨ ਹਰੀ ਵਿੱਚ ਚਿੱਤ ਲਾਇਆ ਮਾਇਆ ਦਾ ਮੋਹ ਟੁੱਟਦਾ, ਜਾਂ ਮਾਇਆ ਦਾ ਮੋਹ ਟੁੱਟ ਕੇ ਹਰੀ ਵਿੱਚ ਚਿੱਤ ਲੱਗਦਾ, ਦੋਨੋਂ ਇਕੱਠੇ ਆਉਂਦੇ ਨੇ। ਹਾਂ, ਕੁਝ ਲੋਕ ਸੰਸਾਰ ਦਾ ਪ੍ਰਭਾਵ ਵੇਖ ਲੈਂਦੇ ਤੇ ਪ੍ਰਭਾਵ ਵੇਖਣ ਤੋਂ ਬਾਅਦ ਕਰਤਾਰ ਯਾਦ ਆ ਜਾਂਦਾ, ਕਈਆਂ ਨੂੰ ਕਰਤਾਰ ਯਾਦ ਆ ਜਾਂਦਾ ਤੇ ਸੰਸਾਰ ਦਾ ਪ੍ਰਭਾਵ ਹਟ ਜਾਂਦਾ ਉਸ ਰੂਪ ਦੇ ਵਿੱਚ। ਸੋ ਇਹ ਦੋਨੋਂ ਇਸ ਰੂਪ ਵਿੱਚ ਨੇ, ਵਾਇਸ ਵਰਸਾ ਇੱਕ ਰੂਪ ਦੇ ਅੰਦਰ ਆ ਜਾਂਦੇ, ਜਾਂ ਇੰਟਰਚੇਂਜੇਬਲ ਵੇ ਦੇ ਨਾਲ, ਮਤਲਬ ਇੱਕ ਦਾ ਪ੍ਰਭਾਵ ਦੂਜੇ ਤੇ ਆ ਜਾਂਦਾ। ਗੁਰੂ ਬਾਬਾ ਜੀ ਉਹਦੀ ਬਾਤ ਕਰਦੇ ਕਿ ਜਦੋਂ ਉਹ ਚੀਜ਼ ਹੋਈ ਤੇ ਉਸ ਰੂਪ ਦੇ ਅੰਦਰ ਮਾਇਆ ਮੋਹ ਜਲਾਏ ਸੋ ਹਰਸਿਉ ਚਿਤ ਲਾਏ, ਹਰਦਰ ਮਹਿਲੀ ਸੋਭਾ ਪਾਵਣਿਆ। ਤੇ ਫਿਰ ਇਹੋ ਜਿਹੀ ਸੁਰਤ ਜਿਹਨਾਂ ਤੋਂ ਬਾਬਾ ਜੀ ਕੁਰਬਾਨ ਜਾ ਰਹੇ, ਉਹ ਬਸ਼ਰੋ ਮਨੁੱਖ ਹਰਦਰ ਮਹਿਲੀ ਸੋਭਾ ਪਾਵਣਿਆ, ਫਿਰ ਹਰੀ ਦੇ ਦਰ ਘਰ ਦੀ ਸੋਭਾ ਵੀ ਉਹਨਾਂ ਨੂੰ ਪ੍ਰਾਪਤ ਹੁੰਦੀ। ਸੰਸਾਰ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਇੱਕ ਮਨ ਮੰਡਲ ਦੀ ਸ਼ਾਂਤੀ ਨਾਲ ਹੁੰਦਾ, ਵਿਦਾਇਗੀ ਇੱਕ ਭਰੇ ਪੂਰਨ, ਜਿਹਨੂੰ ਕਹਿ ਲਓ ਕਿ ਇੱਕ ਬੜੀ ਮਾਈਂਡਫੁਲ ਵੇ ਦੇ ਨਾਲ ਇੱਥੋਂ ਹੁੰਦੀ। ਇਹ ਇਹਦੀ ਇੰਟਰਪ੍ਰੀਟੇਸ਼ਨ ਬਣਦੀ ਹੈ ਜੋ ਐਜ਼ ਆਈ ਅੰਡਰਸਟੈਂਡ। ਅੱਗੇ ਜੋ ਬਚਨ ਆ ਰਿਹਾ, ਜਿੱਥੇ ਅਸੀਂ ਅੱਜ ਬਚਨ ਵਿਚਾਰਨਾ ਹੈ, 6 ਨੰਬਰ ਪਦਾ ਹੈ, ਕਿਉਂਕਿ ਕਿਸੇ ਦੇ 5 ਪਦੇ ਵਿਚਾਰੇ ਨੇ। ਬਾਬਾ ਜੀ ਬਿਆਨ ਕਰਦੇ ਕਿ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ, ਦੂਜਾ ਭਾਉ ਗੁਰ ਸ਼ਬਦ ਜਲਾਇਆ। ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ, ਉਹਨਾਂ ਦਾ ਜੀਵਨ ਸਫਲ ਹੋ ਗਿਆ ਜੀ ਜਿਨ੍ਹਾਂ ਨੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ। ਇਹਨੂੰ ਇਸ ਤਰੀਕੇ ਨਾਲ ਲੈ ਲਈਏ, ਅੰਗਰੇਜ਼ੀ ਦੀ ਸੇਇੰਗ ਹੈ ਗਾਰਬੇਜ ਇਨ ਗਾਰਬੇਜ ਆਊਟ। ਕੋਈ ਵਧੀਆ ਤੋਂ ਵਧੀਆ ਪ੍ਰੋਡਕਸ਼ਨ ਮਸ਼ੀਨ ਲੈ ਆਓ ਤੇ ਉਹਦੇ ਜਿਹੜਾ ਰਾ ਮਟੀਰੀਅਲ ਪਾਓਗੇ ਉਹ ਗਾਰਬੇਜ ਪਾ ਦਿਓ, ਜਿਹੜਾ ਐਂਡ ਪ੍ਰੋਡਕਟ ਹੋਏਗਾ ਆਪਣੇ ਆਪ ਗਾਰਬੇਜ ਹੋ ਜਾਏਗਾ। ਜਿੱਥੇ ਸਾਡੇ ਜੀਵਨ ਦੇ ਵਿੱਚ ਪ੍ਰਭਾਵ ਆ, ਤੇ ਪ੍ਰਭਾਵ ਹੈ, ਇਨਫਲੂਐਂਸ ਹੈ ਉਹਨਾਂ ਰਾਵਾਂ ਵਿਚਾਰਾਂ ਖਿਆਲਾਂ ਦਾ ਜਿਨ੍ਹਾਂ ਦੇ ਵਿੱਚ ਈਰਖਾ, ਦਵੈਖ, ਈਗੋ, ਜੈਲਸ, ਇਹ ਸਾਰਾ ਕੁਛ ਇਕੱਠਾ ਹੋ ਕੇ ਆ ਰਿਹਾ। ਤੇ ਅਲਟੀਮੇਟਲੀ ਐਂਡ ਰਿਜ਼ਲਟ ਕੀ ਹੋਏਗਾ? ਐਂਡ ਰਿਜ਼ਲਟ ਨਰਕ ਭੋਗਣ ਦੇ, ਦੋਜ਼ਖ ਦੀ ਪ੍ਰਵਿਰਤੀ 'ਚ ਜਾਵਾਂਗੇ। ਜਿੱਥੇ ਸਤਿਗੁਰੂ ਆ ਰਿਹਾ, ਸਤਿਗੁਰੂ ਦਾ ਮਤਲਬ ਕੀ ਹੈ? ਸਤਿਗੁਰੂ ਦਾ ਮਤਲਬ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਅਹਿਸਾਸਾਂ ਦੇ ਵਿੱਚ ਆਪਣੀ ਸੁਰਤ ਨੂੰ ਲੈ ਕੇ ਜਾਣਾ। ਜਿਵੇਂ ਗੁਰੂ ਅਮਰਦਾਸ ਸਾਹਿਬ ਲੰਮੇਰਾ ਜੀਵਨ ਜੀਆ, ਜਿਹਦੇ ਅੰਦਰ ਉਹਨਾਂ ਨੇ ਬੜੇ ਧਰਮ ਕਰਮ ਵੀ ਕੀਤੇ, ਪਰ ਜ਼ਿੰਦਗੀ ਦੇ ਵਿੱਚ ਕਿਤੇ ਪਹੁੰਚੇ ਨਾ। ਫਿਰ ਇੱਕ ਅਹਿਸਾਸ ਆਇਆ ਜਦੋਂ ਗੁਰੂ ਅੰਗਦ ਸਾਹਿਬ ਦੇ ਕੋਲ ਆ ਗਏ, ਤੇ ਗੁਰੂ ਅੰਗਦ ਸਾਹਿਬ ਕੋਲ ਆ ਕੇ ਸੋਸ਼ਲ ਸਟੇਟਸ ਵੀ ਡਾਊਨ ਚਲਾ ਗਿਆ, ਕਿਉਂਕਿ ਸੁਸਾਇਟੀ ਜਿਸ ਕਿਸਮ ਦੀ ਬਣੀ ਹੈ ਉਹਦੇ ਅੰਦਰ ਇਹ ਮੰਨਿਆ ਜਾਂਦਾ ਕਿ ਆਪਣੇ ਕੁੜਮਾਂ ਦੇ ਘਰ ਜਾ ਕੇ, ਮਤਲਬ ਖਾਸ ਕਰਕੇ ਜੇ ਤੁਹਾਡੇ ਤੁਸੀਂ ਕੁੜਮ ਲੜਕੇ ਵਾਲੇ ਪਾਸਿਓਂ ਹੈਗੇ ਹੋ, ਤੇ ਫਿਰ ਤੇ ਤੁਹਾਨੂੰ ਉੱਥੇ ਰੋਬ ਦਾ ਵੀ ਪਾਣਾ ਬਣਦਾ, ਤੁਹਾਨੂੰ ਉੱਥੇ ਉਹਨੂੰ ਕੰਮ ਕਰਨਾ ਨਹੀਂ ਸੋਭਦਾ, ਤੁਹਾਨੂੰ ਉਹਨਾਂ ਦੀ ਸੇਵਾ ਕਰਨੀ ਨਹੀਂ ਸੋਭਦੀ, ਤੁਹਾਨੂੰ ਉਹਨਾਂ ਦੇ ਘਰ ਰਹਿਣਾ ਹੀ ਨਹੀਂ ਸੋਭਦਾ, ਤੁਸੀਂ ਵਿਜ਼ਿਟ ਹੀ ਨਹੀਂ ਕਰਨਾ ਚਾਹੀਦਾ। ਤੇ ਹੁੰਦਾ ਵੀ ਰਿਹਾ ਐਵੇਂ, ਲੋਕੀ ਲੜਕੀ ਵਾਲੇ ਕੁੜਮਾਂ ਦੇ ਘਰੇ ਸਿਰਫ ਜੇ ਗਏ ਤੇ ਬਰਾਤ ਲੈ ਕੇ ਗਏ, ਮੁੜ ਕੇ ਨਹੀਂ ਗਏ। ਮੁੜ ਕੇ ਕਿਹਾ ਵੀ ਆਪਾਂ ਉਹ ਆਉਣ, ਸਾਡੇ ਕੋਲ ਆਉਣ, ਤੇ ਅਸੀਂ ਤੇ ਵੱਡੇ ਹੈਗੇ ਆ। ਸੋ ਇਸ ਕਿਸਮ ਦੀ ਪ੍ਰਵਿਰਤੀ ਉੱਥੇ ਬਾਬਾ ਅਮਰਦਾਸ ਸਾਹਿਬ ਲੰਮੇਰਾ ਸਮਾਂ ਗੁਰੂ ਅੰਗਦ ਸਾਹਿਬ ਦੀ ਸੇਵਾ 'ਚ ਲੱਗ ਗਏ। ਤੇ ਗੁਰੂ ਅੰਗਦ ਸਾਹਿਬ ਦੀ ਸੇਵਾ ਇੱਥੇ ਜਸਟ ਇੱਕ ਫਿਜ਼ੀਕਲ ਸੇਵਾ ਦਾ ਕਨਸੈਪਟ ਨਹੀਂ ਹੈਗਾ, ਇੱਥੇ ਇੱਕ ਆਪਣੇ ਆਤਮ ਉਸਾਰੀ ਦੀ ਗੱਲ ਹੈ। ਤੇ ਆਤਮ ਉਸਾਰੀ ਦੇ ਵਿੱਚ ਉਸ ਲੈਵਲ ਤੇ ਲੈ ਕੇ ਜਾਣਾ ਜਿੱਥੇ ਜਾ ਕੇ ਗੁਰੂ ਅੰਗਦ ਸਾਹਿਬ ਦਾ ਜਿਹੜਾ ਗੁਰਦਰਸ਼ਨ ਆ, ਉਸ ਗੁਰਦਰਸ਼ਨ ਨੂੰ ਆਪਣੇ ਜੀਵਨ ਵਿੱਚ, ਆਪਣੀ ਸੁਰਤ 'ਚ ਪਾ ਲੈਣਾ। ਜੇ ਆਪਾਂ ਬਹੁਤ ਡੀਪਲੀ ਦੇਖੀਏ ਨਾ, ਤੇ ਇੱਕ ਮਿੱਟੀ ਹੈ, ਮਿੱਟੀ ਇਵੋਲਵ ਹੋ ਕੇ ਲਾਈਫ ਦੇ ਵਿੱਚ ਕਨਵਰਟ ਹੋ ਗਈ। ਇਸ ਮਿੱਟੀ ਨੇ ਅਲਟੀਮੇਟਲੀ ਮਿੱਟੀ 'ਚ ਮਿਲ ਜਾਣਾ ਹੈ। ਜਿਹੜੀ ਚੀਜ਼ ਨੂੰ ਕਨਵਰਟ ਕਰਦੀ ਹੈ, ਸਾਡੀ ਸੁਰਤ ਉਹਦੇ ਨਾਲ ਅੰਗੇਜ ਹੋਣੀ ਚਾਹੀਦੀ ਹੈ। ਜੇ ਆਪਾਂ ਉਹਦੇ ਨਾਲ ਅੰਗੇਜ ਨਹੀਂ ਹੋਵਾਂਗੇ ਤੇ ਫਿਰ ਬੰਦਾ ਮਿੱਟੀ ਦਾ ਮਿੱਟੀ 'ਚ ਹੀ ਰਹਿ ਜਾਏਗਾ। ਤੇ ਇਹ ਜਿੰਨੀ ਮਰਜ਼ੀ ਮਿੱਟੀ ਉਛਲ ਲੈ, ਜਿੰਨੀ ਮਰਜ਼ੀ ਵੱਡੀ ਆਖ ਲੈ, ਜੋ ਮਰਜ਼ੀ, ਸਪੋਜ਼ ਕਰੋ ਇਸ
तन दे उत्ते महंगे कपड़ हंडा लईए, महलों च रख लईए, जो मर्जी कर लईए, अखीर इहदी एंड डेस्टिनी कित्थे हैगी है? यस पुर दे आतिश, यस पुर दे खाक, आइदर वी गोना बरीड और वी गोना क्रिमिनेट। बाबा जी कहते ये सच है, इन्ना की समझना है। पर जिस दुनिया च असीं रह रहे हैं इहदे च इस बाबत यही माया आ, क्योंकि ये विसर जाती सुरत तो बंदे नूं एहसास नहीं रहिंदा। जिन्हों गुरु तेग बहादुर साहब जी के शब्दों च असीं कई बारी पढ़ते हैं, साधो रचना राम बनाई, एक बिनस है एक अस्थिर मन है, अचरज लखियो ना जाए। अखां दे सामने बिनसदे हुए संसार नूं देखदा, अपने आप नूं जिहड़ा हैगा अस्थिर ये मनदा कि नहीं नहीं ये इत्थे नहीं वापरना। बाबा जी कहते फिर टुट जाता यथार्थ तो, वो यथार्थ तो टुटिया होया बंदा उन्होंने फिर नहीं लगता कि मेरी कोई एनर्जी किसी इस पासे भी लगनी चाहिए है। लिटरली तौर पर देखो, गुरु नाल जुड़ना, सेवादार बनना आ, गुरु नाल जुड़ना, शब्द समझना आ, शब्द नाल जुड़ना आ, अपने जीवन के ख्यालों की दुरुस्तगी करनी है, उन्हां च झाड़ू मारना आ, तो अपने आप नूं उस जगह ते लैके आउणा जिथे मनुखवादी हो जाए बंदा। इत्थे गुरु अमरदास साहब कहते सफल जन्म जिन्हें सतगुरु पाया, जिन्होंने सतगुरु नूं इस कनैक्शन प्राप्त कर लिया, जीवन सफला हो गया, एनर्जी सही पासे लग गई, अल्टीमेटली उन्होंने आउणा धरती ते मीनिंगफुल हो गया। सफल जन्म जिन्हें सतगुरु पाया, दूजा भाओ गुर शब्द जलाया। दूजा भाओ बड़े ग्लैमरस वर्ल्ड के रहिंदियां होया दूजे भाव की व्याख्या भी बड़ी डिफरेंट कर दी गई उस रूप के अंदर। पर बाबा अमरदास जी तो कह रहे कि जित हर विसरै मोह उपजै भाव दूजा, जिद च हरी विसरे मोह संसार का उस लैवल ते पैदा होए जिद च भाव दूजा। बंदा जस्टिफिकेशन लै आवे किसी भी चीज़ की, भाव दूजा आ। मैं झूठ बोलने की जस्टिफिकेशन लै आवां, भाव दूजा आ। मैं कुछ वकार भोगण की जस्टिफिकेशन लै आवां, भाव दूजा आ। तो यह हुंदा मन की बिरती कजाक है, जिन्हों असीं क्लैवरनेस कहने आ, ये मन में पई है। अजे उन्हें मैं बात कर रहा सीगा कि यह भी नहीं सानू पता कुछ नहीं गा, बाबा जी तो नहीं मरदे, असीं तो भावें कही दे फलाना ही नहीं, वो तो बंदा मूड है, अनपढ़ है, वो मूर्ख है, उन्होंने नहीं पता। बाबा जी कहते भी मैं तो नहीं मनदा, मैनू तो पक्का पता है, यूनीवर्सल लैवल तो देखा जाए, मन जान है सब बात। असीं सब मनुख हाँ, मन की दुनिया च जीने आ, तो मन जान है सब बात। मन को कोई चीज़ नहीं लुकी, मन नूं सब पता है। हाँ ये वक्री बात है, वो प्रटेंड करे, वो ना पहसासे, उन्होंने ना पता होए, उन्होंने पता आ। मन जाने सब बात, फिर जी हैबिचुअलिटी इस किस्म की है, जानत ही यौगन करे, जान बुझ के। मिसटेक जी है ये कहते किसी तरीके नाल भी हो नहीं सकती। हुण तो साडे कोल स्टडीज़ ने इहो जिहियां कि सपोज कोई बंदा किसी का कतल भी करता आ, तो उसनूं भी पता हुंदा है कि ये गलत है, मैं गलत कर रहा। कोई किसे जाके किसी तरीके दे नाल नुकसान पहुँचाता तो उन्हें एहसास हुंदा कि ये ठीक नहीं गा। ईवन जे तुसी किसी क्राइटेरिया विच भी देखोगे, उत्थे जाके एहसास होएगा भी ये ठीक नहीं गा। आपां जिवें जिस समाज च रह रहे हैं, इस समाज के अंदर नशे वगैरह के प्रति अप्रोच बदल गई है। हालांकि कभी अमेरिकन सोसाइटी जाके रजनीश ने गल कही सीगी कि वी नीड सम सॉर्ट ऑफ हॉस्पिटल काइंड ऑफ फैसिलिटीज़ विच वी कैन कॉल एज ए ड्रग पार्लर्स एंड वेयर पीपल कैन गो अंडर द सुपरविजन ऑफ some actually doctors. They should experience different kind of substances, and in that way society is gonna be very great. ਇਹਦਾ ਆਈਡੀਆ ਬੜਾ ਲੋਕਾਂ ਨੂੰ ਚੰਗਾ ਲੱਗਾ ਵੀ ਬੜਾ ਵਧੀਆ ਆਈਡੀਆ ਹੈਗਾ ਵੀ ਚਲੋ ਬੰਦਾ ਮਰ ਵੀ ਨਾ ਜਾਏ, ਮਤਲਬ ਬੰਦਾ ਕੋਈ ਨਸ਼ਾ ਪੱਤਾ ਕਰਨਾ ਚਾਹੁੰਦਾ ਤੇ ਹਸਪੀਟਲ ਜਾਏ, ਉੱਥੇ ਜਾ ਕੇ ਡਾਕਟਰ ਦੀ ਸੁਪਰਵਿਜ਼ਨ 'ਚ ਕਹੇ ਵੀ ਓਕੇ ਮੈਨੂੰ ਆ ਨਸ਼ਾ ਦੇ ਦੇ, ਇੰਜੋਏ ਕਰੇ, ਉਹਨੂੰ ਐਕਚੁਅਲੀ ਉਸ ਜਿਹੜੀ ਉਸ ਚੀਜ਼ ਨੂੰ ਫੀਲ ਕਰੇ ਸਭ ਰੂਪ ਦੇ ਵਿੱਚ। ਹਾਲਾਂਕਿ ਉਸ ਵਕਤ ਉਹਦੀ ਓਪੋਜੀਸ਼ਨ ਵੀ ਹੋਈ ਕੁਝ ਉਸ ਅਥਾਰਟੀਜ਼ ਦੁਆਰਾ, ਸਾਰੀ ਚੀਜ਼ਾਂ ਦੇ ਦੁਆਰਾ, ਬਟ ਉਹਨੇ ਉਹਦੀ ਇਸ ਗੱਲ ਨੂੰ ਲੋਕਾਂ ਨੇ ਬੜਾ ਬਾਏ ਕੀਤਾ। ਫਿਰ ਕਿਹਾ ਇਹ ਚੀਜ਼ ਨਹੀਂ ਹੋਏਗੀ, ਠੀਕ ਹੋ ਨਹੀਂ ਸਕਦਾ। खैर वक्त अपनी जाचे बतीत होया, अज जिस समाज असीं रह रहे हैं इत्थे क्लिनिकल साइट्स खुल गई ने ऑलरेडी। हालांकि वो खुलियां तो इस रूप के विच ने कि जिहड़े लोग ओवरडोज नाल मर रहे उन्होंने बचा लिया जाए। भी कई बार हुंदा समा आ, समय दे नाल बंदा सिख जांदा, लर्न करदा, भी बेचारा इतना ज़्यादा इलिटरेट उन्हें समझ ही कुछ नहीं है, इस करके उन्होंने जे उन्हें हीरोइन ही लैनी है,
ਉਹਨੇ ਸਪੋਜ਼ ਕਰੋ ਕਿਸੇ ਕਿਸਮ ਦੀ ਕੋਕੇਨ ਹੀ ਖਾਣੀ ਹੈ, ਕੋਕੇਨ ਹੀ ਲੈਣੀ ਹੈ, ਜਾਂ ਕੋਈ ਉਸ ਨੂੰ ਜਿਵੇਂ ਫੈਂਟਨਲ ਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਓਵਰਡੋਜ਼ ਡੈਥ ਹੁੰਦੀਆਂ ਨੇ, ਫੈਂਟਨਲ ਹੀ ਲੈਣੀ ਹੈ, ਕਿਸੇ ਮੈਡੀਕਲ ਪ੍ਰੋਫੈਸ਼ਨਲ ਦੀ ਸੁਪਰਵਿਜ਼ਨ 'ਚ ਦੇਤੀ ਜਾਏ ਤਾਂ ਕਿ ਮਰੇ ਤਾਂ ਨਾ ਐਟਲੀਸਟ ਘੱਟ ਤੋਂ ਘੱਟ। ਪਰ ਇਹ ਹੋਣ ਦੇ ਬਾਵਜੂਦ ਵੀ ਸੁਸਾਇਟੀ ਦੇ ਵਿੱਚ ਇੱਕ ਵੱਡੀ ਆਵਾਜ਼ ਆਉਂਦੀ ਹੈ ਜਿਹੜੀ ਕਹਿੰਦੀ ਹੈ ਠੀਕ ਨਹੀਂ, ਤੇ ਉਹਨੂੰ ਫਿਰ ਜਸਟੀਫਾਈ ਵੀ ਕੀਤਾ ਜਾਂਦਾ ਕਿਸੇ ਤਰੀਕੇ ਨਾਲ ਵੀ ਭਾਈ ਆਹ ਹੈ, ਆਹ ਕੋਈ ਜਸਟੀਫਿਕੇਸ਼ਨ ਠੀਕ ਵੀ ਬੈਠਦੀਆਂ, ਪਰ ਲਿਟਰਲੀ ਤੌਰ ਤੇ ਇਹ ਹੈ ਸਭ ਨੂੰ ਪਤਾ ਆ ਗਲਤ ਗਲਤ ਹੈ, ਠੀਕ ਠੀਕ ਹੈ। ਬਾਬਾ ਜੀ ਕਹਿੰਦੇ ਇਹ ਯੂਨੀਵਰਸਲ ਰਿਐਲਿਟੀ ਹੈ, ਮਨ ਜਾਣੈ ਸਭ ਬਾਤ ਜਾਣਤ ਹੀ ਔਗਨ ਕਰੈ ਕਾਹੇ ਕੀ ਕੁਸਲਾਤ। ਫਿਰ ਕੌਸ਼ਲ ਕਾਹਦਾ ਹੋਇਆ, ਫਿਰ ਬੰਦੇ ਨੂੰ ਇਹ ਕਿਵੇਂ ਕਿਹਾ ਜਾਏ ਕਿ ਬਹੁਤ ਉਮਦਾ ਹੈ, ਹਾਇਰ ਲੈਵਲ ਦਾ ਕ੍ਰੀਚਰ ਆ। ਬਾਬਾ ਜੀ ਕਹਿੰਦੇ ਇਹ ਨਹੀਂ, ਇਹ ਤੇ ਜਾਨਵਰਾਂ ਦੀ ਦੁਨੀਆ 'ਚ ਵੀ ਨਹੀਂ ਹੈਗਾ। ਜਾਨਵਰ ਨੂੰ ਪਤਾ ਲੱਗੇ ਵੀ ਇਹ ਚੀਜ਼ ਜਿਹੜੀ ਹੈ ਇਹ ਹਾਰਮਫੁਲ ਹੈ ਇਸ ਰੂਪ ਦੇ ਵਿੱਚ। ਇਹਨੂੰ ਦੇਖੋ, ਅੱਜ ਦਾ ਸਕਾਲਰ ਇਹ ਕਹਿੰਦਾ ਹੈ ਕਿ ਵੀ ਆਰ ਲੈਸ ਸਮਾਰਟ ਦੈਨ ਏ ਡੌਗ। ਤੂੰ ਕਹਿੰਦੇ ਪਿਓ ਦਾ ਤੂੰ ਐਵੇਂ ਕਿਵੇਂ ਕਹਿ ਸਕਦਾ ਹੈ? ਉਹ ਕਹਿੰਦਾ ਸੱਚ ਇਹ ਹੈ, ਤੁਸੀਂ ਫੂਡ ਪਲੇਟ 'ਚ ਪਾਓ ਤੇ ਬੰਦੇ ਨੂੰ ਅਜੇ ਤੱਕ ਨਹੀਂ ਪਤਾ ਪਲੇਟ 'ਚ ਕੀ ਪਾਉਣਾ ਤੇ ਕੀ ਨਹੀਂ ਪਾਉਣਾ, ਕੀ ਖਾਣਾ ਤੇ ਕੀ ਨਹੀਂ ਖਾਣਾ। ਕੁੱਤੇ ਦੇ ਸਾਹਮਣੇ ਫੂਡ ਪਾ ਕੇ ਰੱਖੋ, ਇੱਕ ਜਸਟ ਸਨਿਫ ਕਰੇਗਾ ਐਂਡ is gonna tell actually either eatable or not। ਇੰਨੇ 'ਚ ਹੀ ਬਸ ਇੰਨੇ ਚਾਹੀਦਾ, ਇਹ ਸੈਂਸ ਉਹਦੀ ਕੰਮ ਕਰਦੀ। ਬੰਦੇ ਦੀ ਸੈਂਸ ਤੇ ਤੂੰ ਕਿਤੇ ਵੱਧ ਕੰਮ ਕਰਨੀ ਚਾਹੀਦੀ ਹੈ। ਪਰ ਉਸ ਲੈਵਲ ਤੇ ਜੇ ਆਪਾਂ ਹੋਰ ਨੂੰ ਸਰਲ ਕਰਕੇ ਲੈ ਲਈਏ, ਦੂਜਾ ਭਾਵ ਕਈ ਤਰੀਕੇ ਨਾਲ ਵੀ ਕਿਹਾ ਜਾਂਦਾ, ਜਿਵੇਂ ਅੱਜ ਸਮਾਜ ਦੇ ਵਿੱਚ ਜਿਹੜੇ ਲੋਕ, ਜਿਵੇਂ ਆਪਾਂ ਨਸ਼ੇ ਦੀ ਥੋੜ੍ਹੀ ਜਿਹੀ ਬਾਤ ਕੀਤੀ, ਮਨੁੱਖਤਾ ਦਾ ਵੱਡੇ ਲੈਵਲ ਤੇ ਵੈਰੀ ਹੈ। ਵੈਸੇ ਹੀ ਬਿਮਾਰੀਆਂ ਤਾਂ ਵੈਸੇ ਹੀ ਬੜੀਆਂ ਨੇ। ਤੁਸੀਂ ਅੱਜ ਡਾਇਲਸਿਸ 'ਤੇ ਬੈਠੇ ਹੋਏ ਲੋਕਾਂ ਦੀ ਗਿਣਤੀ ਕਰੋ, ਕਿੰਨਾ ਡਾਟਾ ਵੱਧ ਗਿਆ। ਲਿਵਰ ਡੈਮੇਜ ਵਾਲੇ ਪਾਸੇ ਗੱਲ ਕਰੋ, ਕਿੰਨਾ ਡਾਟਾ ਵੱਧ ਗਿਆ। ਮਤਲਬ ਹਰ ਲੈਵਲ 'ਤੇ ਇੰਟੈਂਸ਼ਨਲੀ ਜਿਹੜੇ ਲੋਕ ਇਸ ਸਾਰੇ ਦੇ ਬਾਬਤ ਇਸ ਸਾਰੇ 'ਚ ਗਵਾਚ ਰਹੇ ਨੇ ਭਾਈ, ਉਹਨਾਂ ਦੀ ਅੱਗੇ ਮੈਡੀਕਲ ਵਰਲਡ ਦੇ 'ਚ ਜਿਹੜਾ ਹੈਗਾ ਬੜਾ ਖਰਚਾ ਆ ਰਿਹਾ ਸਮਾਜ ਦਾ। ਪਰ ਸਿੰਪਲ ਲੈਵਲ 'ਤੇ ਗੱਲ ਕੀਤੀ ਜਾਏ ਤਾਂ ਕਈ ਕਹਿਣਗੇ ਨਹੀਂ ਨਹੀਂ ਨਹੀਂ, ਇਹਦੀ ਮਤਲਬ ਸਭ ਚੀਜ਼ ਨੂੰ ਅਵੋਇਡ ਕਰਕੇ ਵੀ ਨਸ਼ਾ ਪੀਣਾ, ਨਸ਼ਾ ਖਾਣਾ ਇਹ ਆਮ ਫਿਤਰਤ ਆ ਆਪਣੇ ਜੀਵਨ ਨੂੰ ਖੁਸ਼ੀ ਦੇ ਉਸ ਆਲਮ ਵਿੱਚ ਲਿਜਾਣ ਵਾਸਤੇ। ਤੇ ਹੁਣ ਇਹ ਸਿੱਧੇ ਤੌਰ ਤੇ ਪਤਾ ਲੱਗ ਰਿਹਾ ਕਿ ਜਿਹੜਾ ਕੱਲੀ ਅਲਕੋਹਲ ਲੈ ਲਈ, ਐਥਨਲ ਕੈਮੀਕਲ ਲੈ ਲਈਏ, ਸਾਡੇ ਜਿਹੜੇ ਸੈਂਸਰਸ ਨੇ ਇਹ ਅਲਾਓ ਨਹੀਂ ਕਰਦੇ ਅੰਦਰ ਜਾਵੇ। ਇਹਨਾਂ ਨੂੰ ਲਿਟਰਲੀ ਤੌਰ ਤੇ ਜਿਹੜਾ ਆ ਕਨਫਿਊਜ਼ ਕੀਤਾ ਜਾਂਦਾ, ਇਹਨਾਂ ਦੇ ਰੋਲ ਨੂੰ ਜਿਹੜਾ ਘਟਾਇਆ ਜਾਂਦਾ। ਇਹ ਸਾਰੀ ਬਾਤ ਕਾਹੇ ਕੀ ਕੁਸਲਾਤ, ਕੌਸ਼ਲ ਕੀ ਰਹਿ ਗਿਆ ਬੰਦੇ ਦੇ ਵਿੱਚ। ਗੁਰੂ ਬਾਬਾ ਜੀ ਇੱਥੇ ਬਿਆਨ ਕਰਦੇ, ਜੇ ਇਸ ਕੌਸ਼ਲ ਨੂੰ, ਇਸ ਕਿਸਮ ਦਾ ਜਿਹੜਾ ਬੰਦੇ 'ਚ ਇੱਕ ਕਲੈਵਰ ਮਾਈਂਡ ਕੰਮ ਕਰਦਾ ਤੇ ਇੰਟਲੈਕਟ ਇਹਨੂੰ ਬੁਰੇ, ਵਕਾਰ, ਅਲਾਮਤ, ਦੂਜੇ ਭਾਵ ਵਾਲੇ ਪਾਸੇ ਲਿਜਾਂਦਾ, ਉਸ ਨੂੰ ਭਾਉ ਦੂਜਾ ਭਾਉ ਗੁਰਸ਼ਬਦ ਜਲਾਇਆ, ਗੁਰੂ ਸ਼ਬਦ ਦੀ ਸ਼ਮਾ ਬੁਲਾ। ਇਹੋ ਜਿਹਾ ਇੱਕ ਵਿਚਾਰਧਾਰਾ, ਸਕੂਲ ਆਫ ਥਾਟ ਲਗਾਤਾਰ ਤੇਰੇ ਅੰਦਰ ਮੱਚਦਾ ਰਹੇ, ਜਿਹੜਾ ਇਹਨਾਂ ਚੀਜ਼ਾਂ 'ਚ ਤੈਨੂੰ ਲੱਗਣ ਨਾ ਦੇਵੇ, ਤੈਨੂੰ ਉਸ ਕਿਸਮ ਦੀ ਪ੍ਰੇਰਨਾ ਨਾ ਲੈਣ ਦੇਵੇ। ਅਗਲਾ ਬਚਨ ਲਿਖਿਆ, ਏਕੋ ਰਵ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਏਕੋ ਰਵ ਰਹਿਆ ਘਟ ਅੰਤਰ, ਉਹ ਏਕੋ ਰਵਿਆ ਸਭ ਘਟਾਂ ਦੇ ਅੰਦਰ। ਬਾਬਾ ਅਮਰਦਾਸ ਇੱਕ ਵੱਡੇ ਲੈਵਲ ਤੇ ਜਿਹੜੀ ਓਪੋਜੀਸ਼ਨ ਉਹ ਫੇਸ ਕਰਦੇ, ਉਹ ਕੀ ਸੀਗੀ, ਇੱਕ ਪੰਗਤ ਵਿੱਚ ਬਿਠਾ ਕੇ ਸਭ ਨੂੰ ਲੰਗਰ ਛਕਾਉਣਾ ਆ। ਅੱਜ ਦੇ ਬਦਲਵੇਂ ਸਮਾਜ ਦੇ ਅੰਦਰ ਚੀਜ਼ਾਂ ਨੂੰ ਉਸ ਪਰਿਪੇਖ ਦੇ ਵਿੱਚ ਸਮਝਣਾ ਕਾਫੀ ਹੱਦ ਤੱਕ ਸਾਨੂੰ ਅੰਡਰਸਟੈਂਡ ਹੋ ਗਿਆ ਆ। ਪਰ ਫਿਰ ਵੀ ਜਿਹੜੀ ਇਕੁਐਲਿਟੀ ਹੈਗੀ ਹੈ, ਭਾਵੇਂ ਜੈਂਡਰ ਬੇਸਡ ਆ, ਭਾਵੇਂ ਉਹ ਰੇਸ ਬੇਸਡ ਆ, ਉਸ ਲੈਵਲ 'ਤੇ ਅਜੇ ਗੱਲਾਂ ਬਾਤਾਂ 'ਚ ਤਾਂ ਹੋਏਗੀ, ਪਰ ਰਿਐਲਿਟੀ 'ਚ ਐਸਾ ਸਾਨੂੰ ਦੇਖਣ 'ਚ ਅਜੇ ਵੀ ਨਹੀਂ ਮਿਲ ਪਾ ਰਿਹਾ। ਪਰ ਗੁਰਮਤਿ ਦਾ ਸਕੂਲ ਹੀ ਮਨੁੱਖ ਦੀ ਜਾਤ ਨੂੰ ਇੱਕ ਕਰਨਾ ਸੀਗਾ। ਇੱਥੇ ਸਾਹਿਬ ਕਹਿੰਦੇ ਕਿ ਜੇ ਆਪਾਂ ਦੇਖੀਏ ਤੇ ਬੰਦਾ ਵੈਰ ਵਿਰੋਧ, ਈਰਖਾ ਦਵੈਖ, ਊਚ ਨੀਚ, ਇਹ ਸਾਰੇ। ਬੀਤੇ ਕੱਲ੍ਹ ਹੀ ਮੈਂ CBC ਤੇ ਇੱਕ ਪ੍ਰੋਗਰਾਮ ਬਾਈ ਚਾਂਸ ਸੁਣ ਰਿਹਾ ਸੀਗਾ ਅਬਾਊਟ ਡਾਕਟਰ ਅੰਬੇਡਕਰ, ਐਂਡ ਦੇ ਵਰ ਐਕਚੁਅਲੀ ਪਲੇਇੰਗ ਸਮ ਕਲਿਪਸ ਫਰੋਮ ਡਾਕਟਰ ਅੰਬੇਡਕਰਸ, ਐਕਚੁਅਲੀ ਉਹਦੇ ਆਰਕਾਈਵ ਦੇ ਵਿੱਚੋਂ ਚੀਜ਼ਾਂ ਵਾਰ-ਵਾਰ ਲਿਆ ਰਹੇ ਸੀਗੇ। ਤੇ ਉਹ ਜਿਵੇਂ ਉਹ ਅੱਜ ਤੋਂ 60-70 ਸਾਲ ਪਹਿਲਾਂ ਜਿਹੜੀ ਚੀਜ਼ ਬਿਆਨ ਕਰ ਰਿਹਾ ਹੈਗਾ, ਤਾਂ ਉਹ ਕਹਿ ਰਿਹਾ ਕਿ ਭਾਈ ਆਪ ਸਮਾਜ 'ਚ ਐਕਸਰਸਾਈਜ਼ ਹੋ ਰਹੀ ਹੈ, ਟੱਚੇਬਲ ਤੇ ਅਨਟੱਚੇਬਲ ਦੀ ਗੱਲ ਹੋ ਰਹੀ ਹੈ ਉੱਥੇ। ਉਹ ਸਾਰੇ ਨੂੰ ਬੰਦਾ ਦੇਖ ਕੇ ਬੰਦੇ ਰੌਂਗਟੇ ਖੜੇ ਹੋ ਜਾਂਦੇ। 70 ਸਾਲ ਪਹਿਲਾਂ ਠੀਕ ਹੈ ਜੀ, ਜੇ ਥੋੜਾ ਹੋਰ ਪਿੱਛੇ ਚਲੇ ਜਾਓ 100, 200, 400 ਸਾਲ ਪਿੱਛੇ, ਇੱਕ ਬਾਟੇ ਨੂੰ ਮੂੰਹ ਲਵਾਉਣਾ, ਮਾਈ ਗੁੱਡਨੈਸ, ਉਹ ਵੀ ਉਸ ਲੈਵਲ ਤੇ। ਮਤਲਬ ਇਹ ਚੀਜ਼ਾਂ ਮਾਈਂਡ ਬਲੋਇੰਗ ਕਰਦੀਆਂ, ਤੁਹਾਨੂੰ ਕਹਿੰਦੇ ਵੀ ਕਮਾਲ ਹੈ।
इस लैवल ते हाँ गुरु साहब इस तरीके दे नाल बाबा अमरदास साहब ने ये बात की ते क्या जदों बंदा सुरतियाब हो जाता वो फिर समाज ते परिवार ते आले दुआले दे विच एक रूपता नूं लै आउंदा। इत्थे बचन आया क्या एको रब रहा कट अंतर मिल सत संगत ਇਹੋ जी संगत ਇਹੋ जी हजूम ਦਾ पार्ट बन जाना, ਇਹੋ जी संगत ਦਾ पार्ट बन जाना। समाज ਦੇ ਵਿੱਚ ਇਹਨਾਂ ਚੀਜ਼ਾਂ ਦੀ ਐਕਸਰਸਾਈਜ਼ ਅੱਜ ਜਿਵੇਂ ਵੈਸਟਰਨ ਸਕੂਲਿੰਗ ਵਿੱਚ ਕਾਫੀ ਚੀਜ਼ਾਂ ਹੋਈਆਂ, ਇੱਕੋ ਜਮਾਤ ਵਿੱਚ ਬੈਠ ਕੇ ਪੜ੍ਹਨਾ, ਹੌਲੀ ਹੌਲੀ ਹਾਲਾਂਕਿ ਅਜੇ ਵੀ ਕਲਾਸ ਬਣ ਗਈਆਂ, ਵੱਖਰੀ ਕਲਾਸ ਐਲੀਟ ਕਲਾਸ ਬਣ ਗਈ, ਦੂਜੀ ਬਣ ਗਈ, ਤੀਜੀ ਬਣ ਗਈ, ਪਰ ਜਦੋਂ ਸੰਗਤ ਦੇ ਕਨਸੈਪਟ 'ਚ ਆ ਜਾਈਏ ਇਹੋ ਜਿਹੇ ਹਜੂਮ ਵਿੱਚ ਜਿੱਥੇ ਇੱਕ ਸੱਤ ਨੂੰ ਸਮਝਣ ਵਾਸਤੇ ਬੰਦਾ ਤਿਆਰ ਹੋ ਜਾਏ ਤੇ ਉਹਦੇ 'ਚ ਸਭ ਦੀ ਹੋਣੀ ਦੇ ਨਾਲ ਆਪਣੀ ਹੋਣੀ ਨੂੰ ਜੋੜ ਲਵੇ, ਹਾਲਾਂਕਿ ਬੜੀ ਹਾਇਰ ਲੈਵਲ ਦੀ ਗੱਲ ਆ, ਪਰ ਗੁਰੂ ਸਾਹਿਬ ਇਹਦੇ ਹੀ ਕਰਨਧਾਰ ਨੇ। ਕਿਹਾ ਕਿ ਜਿਨ੍ਹਾਂ ਨੇ ਇਸ ਚੀਜ਼ ਨੂੰ ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਅਗਲਾ ਪਤਾ ਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ। ਹੁਣ ਸਿੰਪਲ ਚੀਜ਼ ਆ, ਮਰ ਤੇ ਸਭ ਨੇ ਜਾਣਾ ਹੈ, ਅਲਟੀਮੇਟਲੀ ਵਿਦਾਇਗੀ ਹੋਣੀ ਹੈ। ਜਦੋਂ ਵਿਦਾਇਗੀ ਹੋਣੀ ਹੈ ਤੇ ਉਦੋਂ ਫਿਰ ਬੰਦੇ ਨੇ ਪਿੱਛੇ ਮੁੜ ਕੇ ਵੀ ਦੇਖਣਾ ਆ ਕਿ ਮੈਂ ਕੀ ਖਟਿਆ, ਕੀ ਪਾਇਆ, ਕੀ ਪ੍ਰਾਪਤ ਕੀਤਾ, ਕੀ ਲੈ ਕੇ ਚੱਲਾਂ, ਕੀ ਗਵਾ ਕੇ ਚੱਲਾਂ ਆ। ਤੇ ਉਸ ਲੈਵਲ ਤੇ ਜਦੋਂ ਬੰਦਾ ਵਿਦਾ ਹੋਏਗਾ ਤੇ ਉਸ ਨੂੰ ਪਤਾ ਲੱਗੇਗਾ ਕਿ ਇਸ ਜੀਵਨ ਪ੍ਰਾਪਤ ਕਰਨ ਦਾ ਕੀ ਫਾਇਦਾ। ਆਪਾਂ ਹੋਰ ਦੇਖੀਏ, ਮੈਂ ਦੇਖਿਆ ਕਿ ਜਿਹੜਾ ਸਮਾਜ ਆਪਣੇ ਆਪ ਨੂੰ ਬੜਾ ਏਥੀਇਸਟ ਬਿਆਨ ਕਰਦਾ, ਉਸ ਰੂਪ ਤੇ ਲੈ ਕੇ ਜਾਂਦਾ। ਇਸ ਸੁਸਾਇਟੀ ਦੇ ਵਿੱਚ ਯੂਥਨੇਸ਼ੀਆ ਜਿਹਨੂੰ ਕਿਹਾ ਜਾਂਦਾ ਹੈ ਕਿ ਮਤਲਬ ਰਾਈਟ ਟੂ ਡੈਥ ਜਿਹੜੀ ਗੱਲ ਹੋ ਰਹੀ ਹੈ, ਮਰਨ ਦਾ ਹਕੂਕ, ਇਹਦੇ ਉੱਤੇ ਬਹੁਤ ਵੱਡੀ ਡਿਬੇਟ ਹੋ ਰਹੀ ਹੈ। ਸਾਡੇ ਇੱਥੇ ਕਿਉਂਕਿ ਹੈਲਥ ਕੇਅਰ ਪ੍ਰੋਵਿੰਸ਼ੀਅਲ ਹੁੰਦਾ ਹੈਗਾ ਤੇ ਪ੍ਰੋਵਿੰਸ਼ੀਅਲ ਜੁਡੀਸ਼ਿਕਸ਼ਨਸ ਦੇ ਅੰਦਰ ਕਈ ਵਾਰੀ ਵੱਖਰੇ ਵੱਖਰੇ ਇਸ਼ੂਜ਼ ਆ ਜਾਂਦੇ। ਮੈਨੀਟੋਬਾ ਸਾਈਡ ਕੁਝ ਇਸ਼ੂ ਆ ਰਹੇ, ਡਾਕਟਰਸ ਬੜੇ ਬਿਜੀ ਸੀਗੇ, ਕੋਈ ਡਾਕਟਰਸ ਦੇ ਥਰੂ ਜਿਹੜੀ ਹੈਗੀ ਹੈ ਉਹ ਅਲਾਓ ਕੀਤਾ ਜਾਂਦਾ ਪੈਸਿਵ ਡੈਥ ਨੂੰ, ਵੀ ਡਾਕਟਰ ਹੈਲਪ ਕਰੇਗਾ ਜੋ ਕੋਈ ਮਰਨਾ ਚਾਹੁੰਦਾ। ਤੇ ਕੁਝ ਖਾਸ ਕਰੋਨਿਕ ਡਿਜ਼ੀਜ਼ ਤੇ ਕੁਝ ਖਾਸ ਚੀਜ਼ਾਂ ਦੇ 'ਚ ਉਹਨਾਂ ਨੇ ਅਲਾਓ ਕੀਤਾ ਹੈਗਾ। ਪਰ ਹੁਣ ਐਡਵੋਕੇਸੀ ਹੋ ਰਹੀ ਨਹੀਂ, ਇਸ ਤੋਂ ਵੱਡੇ ਲੈਵਲ ਤੇ ਹੋਏ। ਹੁਣ ਉਹਦੇ ਬਾਬਤ ਅਮਰੀਕਾ 'ਚ ਕੁਝ ਰਾਈਟਿੰਗਸ ਆਈਆਂ ਨੇ ਇਹੋ ਜਿਹੀਆਂ ਜਿਨ੍ਹਾਂ 'ਚ ਇਹ ਪਤਾ ਲੱਗਾ ਕਿ ਕਈ ਵਾਰੀ ਫਿਜ਼ੀਕਲ ਪੇਨ ਉਸ ਲੈਵਲ ਤੇ ਨਹੀਂ ਹੁੰਦੀ, ਮੈਂਟਲ ਸਫਰਿੰਗ ਜਿਹੜੀ ਹੈ, ਬੰਦਾ ਇੱਕ ਲੈਵਲ ਤੇ ਜਾਂਦਾ ਤੇ ਉਹਨੂੰ ਜਦੋਂ ਚੀਜ਼ਾਂ ਬੌਦਰ ਕਰਦੀਆਂ। ਮੈਂ ਕਈ ਵਾਰੀ ਬਿਆਨ ਕੀਤਾ, ਹਿੰਦੀ ਦਾ ਲਿਖਾਰੀ ਹੈ ਮੁਨਸ਼ੀ ਪ੍ਰੇਮਚੰਦ, ਉਸਨੇ ਇੱਕ ਇਕਾਂਗੀ ਲਿਖੀ ਹੈ ਔਰੰਗਜ਼ੇਬ ਦੀਆਂ ਆਖਰੀ 3 ਰਾਤਾਂ। ਉਹ ਬਿਆਨ ਕਰਦਾ ਕਿ ਜਿਹੜੀ ਤੜਪਣਾ ਆ, ਤੇ ਇਹ ਬੁਨਿਆਦੀ ਤੌਰ ਤੇ ਉਹੀ ਸਮਾਂ ਆ ਜਿਸ ਸਮੇਂ ਦੇ ਵਿੱਚ ਉਹਨੂੰ ਜਾ ਕੇ ਜਫਰਨਾਮਾ ਮਿਲਦਾ ਹੈ। ਹੁਣ ਇਹਦੇ ਗੋ ਥਰੂ ਹੋਣਾ, ਇਹ ਸਾਰੀ ਇੱਕ ਜਰਨੀ ਜਿਹੜੀ ਉਹ ਜੀ ਆ ਉਸ ਰੂਪ ਦੇ ਵਿੱਚ, ਜਿੱਥੇ ਫਿਰ ਉਹ ਸ਼ਿਕਸਤਨਾਮਾ ਆਪਣੀ ਵਸੀਅਤ ਲਿਖਵਾਉਂਦਾ ਆ। ਇੱਥੇ ਬਾਬਾ ਜੀ ਬਿਆਨ ਕਰਦੇ ਗੁਰੂ ਅਮਰਦਾਸ ਸਾਹਿਬ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ। ਉਹਨੂੰ ਬੰਦੇ ਫਿਰ ਮੈਂ ਖਟਿਆ ਕੀ ਆ ਕੇ, ਮੈਂ ਪ੍ਰਾਪਤ ਕੀ ਕੀਤਾ। ਤੇ ਗੁਰੂ ਮਹਾਰਾਜ ਕਹਿੰਦੇ ਜੇ ਇਨ ਟਾਈਮ ਬੰਦਾ ਸੋਚ ਲਵੇ ਫਿਰ ਭਾਈ ਇਹ ਜਰਨੀ ਸੁਧਰ ਸਕਦੀ ਹੈ। ਫਿਰ ਇਹ ਸੰਸਾਰ ਦੇ ਵਿੱਚ ਫਿਰ ਇਹ ਵੀ ਹੈ ਰੀਇਨਕਾਰਨੇਸ਼ਨ ਦੇ ਕਨਸੈਪਟ ਨੂੰ। ਆਪਾਂ ਹੈਲੋਵੀਨ ਦੀ ਆਲਮੋਸਟ ਜਿਹੜੀ ਆ ਕਾਰਨਰ ਤੇ ਖੜੇ ਆ। ਇਹ ਐਂਸ਼ੀਅੰਟ ਟਾਈਮ ਤੋਂ ਆ ਰਿਹਾ, ਇੱਕ ਯੂਰਪ ਦੀ ਦੁਨੀਆ 'ਚ ਇੱਕ ਤਰ੍ਹਾਂ ਦੇ ਨਾਲ ਐਕਸਰਸਾਈਜ਼ ਆ। ਹਾਰਵੈਸਟਿੰਗ ਹੁੰਦੀ ਇਹਨਾਂ ਦਿਨਾਂ ਦੇ ਵਿੱਚ। ਹਾਰਵੈਸਟਿੰਗ ਤੋਂ ਬਾਅਦ ਆਪ ਨੂੰ ਸ਼ਾਇਦ ਪਤਾ ਹੋਏ, ਮੈਨੂੰ ਤਾਂ ਬਹੁਤਾ ਇਹਦਾ ਅੰਦਾਜ਼ਾ ਨਹੀਂ ਹੈਗਾ। ਮੈਂ ਫੋਕਲੋਰ 'ਚ ਬਹੁਤ ਪੜ੍ਹਿਆ ਇਹਦੇ ਬਾਰੇ ਕਿ ਜਦੋਂ ਕਿਤੇ ਕਿਸਾਨ ਬੋਲ ਵੀ ਲਾਉਂਦੇ ਹੁੰਦੇ ਸੀ ਪੁਰਾਣੇ ਸਮੇਂ, ਤੇ ਬੋਲਾਂ ਦੇ ਵਿੱਚ ਉਹ ਕਈ ਵਾਰੀ ਲੋਹੇ ਦੀ ਧਾਤ ਰੱਖਦੇ ਹੁੰਦੇ ਸੀ, ਜਾਂ ਕਈ ਵਾਰੀ ਕੁਝ ਇਹੋ ਜਿਹੇ ਰਿਚੁਅਲਸ ਕਰਦੇ ਹੁੰਦੇ ਸੀਗੇ, ਮਤਲਬ ਕੱਚੀ ਲੱਸੀ ਵਾਲੇ, ਇਸ ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਸੀਗੀਆਂ। ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਐਸਾ ਨਾ ਹੋਏ ਕੋਈ ਪ੍ਰੇਤ ਆਤਮਾਵਾਂ ਆ ਜਾਣ ਤੇ ਉਹ ਕਿਤੇ ਖਰਾਬ ਨਾ ਕਰ ਦੇਣ ਸਾਡਾ ਜਿਹੜਾ ਅੰਨ ਅਨਾਜ ਬਣ ਕੇ ਆਇਆ, ਜਾਂ ਕੁਝ ਹਿੱਸਾ ਉਹਨਾਂ ਲਈ ਪਹਿਲਾਂ ਰੱਖ ਲੈਣੇ। ਪਿਤਰ ਪੂਜਾ ਦੇ ਅੰਦਰ ਹੁੰਦਾ ਸੀ ਜਿਵੇਂ ਉਸ ਰੂਪ ਦੇ ਵਿੱਚ। ਇੱਕ ਤਰ੍ਹਾਂ ਦੀ ਇਹ ਸਾਰੀ ਐਕਸਰਸਾਈਜ਼ ਹੁੰਦੀ ਉਹਦੇ ਵਿੱਚ। ਜੇ ਇਹਦੇ ਸਾਈਕੀ ਦੇਖੋਗੇ, ਸਾਈਕੀ ਦੇ 'ਚ ਇੱਕ ਡਰ ਪਿਆ ਆ, ਕਿ ਡਰ ਇਹ ਹੈ ਕਿ ਜਿਹੜੇ ਲੋਕ ਇੱਥੋਂ ਵਿਦਾ ਹੋ ਜਾਂਦੇ ਤੇ ਉਹ ਲੋਕ ਫਿਰ ਆਪ ਵੀ ਤੰਗ ਹੁੰਦੇ, ਦੂਜਿਆਂ ਨੂੰ ਵੀ ਤੰਗ ਕਰਦੇ। ਇੱਥੇ ਮਤਲਬ ਫਿਰ ਇਸੇ ਕਰਕੇ ਫਿਰ ਸੈਲਵੇਸ਼ਨ ਦਾ ਕਨਸੈਪਟ ਆਉਂਦਾ, ਮੋਕਸ਼ ਦਾ ਕਨਸੈਪਟ ਆਉਂਦਾ। ਜੇ ਉਹ ਚੀਜ਼ ਨਾ ਹੋਈ ਪ੍ਰੋਪਰਲੀ ਤੇ ਅਲਟੀਮੇਟਲੀ ਜਿਹੜੀ ਬੰਦੇ ਦੀ ਯਾਤਰਾ ਆ ਇਹ ਬੇਮਾਨੀ ਹੋ ਜਾਏਗੀ, ਇਹ ਦੁੱਖ ਵਾਲੀ ਹੋਏਗੀ। ਇਹ ਸਾਰੇ ਦੇ ਉੱਤੇ ਬਹੁਤ ਸਾਰਾ ਧਾਰਮਿਕ ਲਿਟਰੇਚਰ ਵੀ ਲਿਖਿਆ ਆ ਗਿਆ, ਸਭ ਚੀਜ਼ਾਂ। ਗੁਰੂ ਬਾਬਾ ਜੀ ਸਾਨੂੰ ਇਨ ਐਡਵਾਂਸ ਕਹਿੰਦੇ
ਜੇ ਤੈਨੂੰ ਇਹਦਾ ਵੀ ਡਰ ਆ, ਜੇ ਤੈਨੂੰ ਇਹਦਾ ਵੀ ਭੈ ਆ, ਫਿਰ ਤੂੰ ਗੁਰੂ ਵਾਲਾ ਬਣ, ਗੁਰੂ ਵਾਲੇ ਪਾਸੇ ਆ, ਜੀਵਨ ਨੂੰ ਸਹੀ ਟਰੈਕ ਤੇ ਲੈ ਕੇ ਆ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਤ੍ਰਿਕਾਰ ਯੋਗ, ਲਾਹਣਤ ਪਾਣ ਯੋਗ ਜੀਵਨ ਹੋ ਗਿਆ। ਹੁਣ ਲਾਹਣਤ ਪਾਣ ਯੋਗ ਹੀ ਜੀਵਨ ਆ ਜਿਸ ਜੀਵਨ ਦੇ ਵਿੱਚ ਬੰਦੇ ਨੇ ਇਹੋ ਜਿਹੇ ਅਮਲ ਅਮਾਲ ਜਿਹੜੇ ਨੇ ਉਹ ਅਖਤਿਆਰ ਕਰ ਲਏ। ਆਪ ਅਹਿਸਾਸ ਕਰੋ, ਜੇ ਆਪਾਂ ਮਤਲਬ ਇਸ ਕਿਸਮ ਦੀ ਬਾਤ ਕਰੀਏ, ਸਮਹਾਓ ਕਲੋਨੀਅਲ ਇੰਪੈਕਟ ਵਿੱਚ ਬਣਿਆ ਹੋਇਆ ਨੇਸ਼ਨ ਕੈਨੇਡਾ ਅਮਰੀਕਾ, ਇਹਦੇ 'ਚ ਅਸੀਂ ਰਹਿ ਰਹੇ ਹਾਂ। ਵਕਤ ਪਾ ਕੇ ਮਨੁੱਖਾਂ ਨੇ ਗਲਤੀਆਂ ਦਾ ਅਹਿਸਾਸ ਵੀ ਕੀਤਾ। ਮੈਂ ਬੀਤੇ ਦੇ ਵਿੱਚ ਹੀ ਸਾਡੀ ਇੱਕ ਐਨੂਅਲ ਕਨਵੈਨਸ਼ਨ ਹੁੰਦੀ ਹੈ ਕਾਉਂਸਲਰਸ ਦੀ, ਉਹਦੇ 'ਚ ਮੈਂ ਪਾਰਟੀਸਪੇਟ ਕਰ ਰਿਹਾ ਸੀਗਾ। ਅਤੇ ਉਹਦੇ ਅੰਦਰ ਆਪ ਅਹਿਸਾਸ ਕਰੋਗੇ, ਜਿੱਥੇ ਆਪਾਂ ਬੈਠੇ ਹਾਂ, ਇਹ ਮਿਸੀਸਾਗਾ, ਇਹ ਧਰਤੀ ਵੀ ਕਿਸੇ ਨੇਟਿਵ ਕਮਿਊਨਿਟੀ ਦੇ ਕਿਸੇ ਖਾਸ ਸੈਕਟ ਤੋਂ ਇੱਕ ਸਮੇਂ ਬਿਲੋਂਗ ਕਰਦੀ ਸੀ। ਅੱਜ ਤੇ ਮਿਸੀਸਾਗਾ ਇੱਥੇ, ਹਾਲਾਂਕਿ ਮਿਸੀਸਾਗਾ ਵੀ ਉਹਨਾਂ ਦਾ ਇੱਕ ਆਪਣੇ ਆਪ ਦੇ ਵਿੱਚ ਇੱਕ ਟਰਾਈਬ ਸੈਕਟ ਹੈ, ਜਿਵੇਂ ਸੈਨਿਕਾ ਹੈਗਾ, ਜਿਵੇਂ ਮੋਹਾਕ ਹੈਗਾ, ਇਸ ਤਰੀਕੇ ਦੇ ਨਾਲ। ਅਤੇ ਉੱਥੇ ਕੀ ਹੋਇਆ ਕਿ ਉਹਨਾਂ ਕਿਹਾ ਕਿ ਕਿਉਂਕਿ ਵਰਚੁਅਲ ਸੀ ਸਭ ਕੁਛ, ਵਰਚੁਅਲ ਦੇ ਵਿੱਚ ਕੋਈ ਸ਼ਖਸ ਸੈਡਬਰੀ ਬੈਠਾ ਆ, ਕੋਈ ਵੈਨਕੂਵਰ ਬੈਠਾ ਆ, ਕੋਈ ਨਾਰਥ ਅਮਰੀਕਾ ਦੇ ਪਰਲੇ ਪਾਸੇ ਸਟੇਟਸ ਦੇ ਵਿੱਚ ਬੈਠਾ ਹੈਗਾ, ਜਿਹੜਾ ਹੈਗਾ ਨਾਰਥ ਕੈਰੋਲੀਨਾ ਦੇ ਵਿੱਚ। ਇਸ ਕਿਸਮ ਦੇ ਨਾਲ ਉਹ ਸ਼ਹਿਰ, ਉਸ ਜਗ੍ਹਾ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਉਸ ਨੇਟਿਵ ਲੈਂਡ ਨੂੰ ਰਿਕਗਨਾਈਜ਼ ਕਰਦੇ, ਉਹਦਾ ਨਾਂ ਲੈਂਦੇ। ਉਸ ਲੈਂਡ ਦੇ ਉੱਤੇ ਅਸੀਂ ਬੋਲ ਰਹੇ ਹਾਂ, ਜਿਸ ਲੈਂਡ ਦੇ ਉੱਤੇ ਅੱਜ ਉਹਦਾ ਨਾਂ ਲੈ ਕੇ ਆ ਸ਼ਹਿਰ ਇਸ ਰੂਪ ਦੇ ਵਿੱਚ ਆ, ਰਿਕਗਨੀਸ਼ਨ ਕੀਤੀ ਜਾ ਰਹੀ। ਇਹ ਚੀਜ਼ਾਂ ਜਿਹੜੀਆਂ ਤੇ ਇਹੀ ਸੁਸਾਇਟੀ ਨੂੰ ਚੰਗਾ ਬਣਾਉਂਦੀਆਂ। ਗਲਤੀਆਂ ਕੋਈ ਬੰਦਾ ਮਤਲਬ ਇਹ ਨਹੀਂ ਹੈਗਾ ਕਿ ਬਿਲਕੁਲ ਉਹ ਹੈਗਾ, ਅਸੀਂ ਸਾਰੇ ਮਿਸਟੇਕਸ ਕਰਦੇ, ਗਲਤੀਆਂ ਕਰਦੇ, ਗਲਤੀਆਂ ਤੋਂ ਲਰਨ ਕਰਦੇ, ਅੱਗੇ ਵੱਧਦੇ। ਇਸ ਸਮਾਜ ਇਸ ਰੂਪ ਵਿੱਚ ਬਣਦਾ, ਇਸ ਤਰੀਕੇ ਨਾਲ ਚੱਲਦਾ। ਪਰ ਇਸੇ ਹੀ ਦੁਨੀਆ ਦੇ ਵਿੱਚ ਅੱਜ ਦੀ ਤਾਰੀਖ ਜੇ ਅਸੀਂ ਦੇਖੀਏ, ਤੇ ਉਸ ਖਿੱਤੇ 'ਤੇ ਜਿੱਥੋਂ ਅਸੀਂ ਆ ਰਹੇ ਹਾਂ, ਮੋਸਟਲੀ ਜਿੱਥੇ ਸਾਡੇ ਰੂਟਸ ਨੇ ਸਾਰਿਆਂ ਦੇ ਐਜ਼ ਏ ਹੈਰੀਟਰੀ ਦੇ ਤੌਰ 'ਤੇ, ਉੱਥੇ ਹਾਲਾਤ ਦੇਖੋ ਕੀ ਬਣੇ ਪਏ ਨੇ। ਅਸੀਂ ਪੰਜਾਬ ਬਾਰੇ ਗੱਲ ਕਰਦੇ, ਅਸੀਂ ਮੈਂ ਪੰਜਾਬ ਤੋਂ ਬਾਹਰ ਜਿਹੜਾ ਹੈਗਾ ਬਰੌਟਅਪ ਮੇਰੀ ਉੱਥੋਂ ਦੀ ਹੈਗੀ ਸਾਰੀ। ਅਤੇ ਉੱਥੇ ਜੋ ਹੁਣ ਦੇਖਿਆ ਜਾਏ, ਅਤੇ ਅੱਜ ਸਵੇਰੇ ਕਿਤੇ ਪਿਤਾ ਜੀ ਨਾਲ ਗੱਲ ਹੋ ਰਹੀ ਸੀ, ਅਤੇ ਸਾਡੇ ਉੱਥੇ ਰੂਰਲ ਏਰੀਏ ਦੇ ਜਿਹੜੇ ਲੋਕ ਰਹਿੰਦੇ, ਉਹਨਾਂ ਨਾਲ ਕਿਤੇ ਲੋਕਲ ਲੈਵਲ 'ਤੇ ਡੈਡੀ ਗੱਲ ਕਰ ਰਹੇ, ਅਤੇ ਉਹ ਦੱਸ ਰਹੇ ਕਿ ਐਕਚੁਅਲੀ ਸਾਡੇ ਇੱਥੇ ਪਿੰਡ ਦੇ ਵਿੱਚ ਕੋਈ ਬੱਚਾ ਨਹੀਂ ਰਹਿ ਗਿਆ ਹੁਣ। They're all actually flying away from actually this village, or you can say ਇੱਥੋਂ। ਇਹਦਾ ਕੀ ਤਸੱਵਰ ਆ? ਮਤਲਬ ਇਹ ਤ੍ਰਿਕਾਰਯੋਗ ਕਹਿਣਾ ਕਿਸੇ ਚੀਜ਼ ਨੂੰ, ਗਾਲ ਕੱਢਣੀ ਕਿਸੇ ਚੀਜ਼ ਨੂੰ, ਮਤਲਬ ਲਾਂਛਣ ਲਾਉਣਾ ਤੇ ਉਹਨੂੰ ਕਹਿਣਾ ਕਿ ਗਲਤ ਆ। ਹੋਰ ਕਿਵੇਂ ਕਹੋਗੇ ਤੁਸੀਂ? when you don't want to stay there, when you don't want to live there, ਇਸ ਰੂਪ ਦੇ ਵਿੱਚ। ਤੇ ਫਿਰ ਇਹ ਹੈ, ਇਕੱਲਾ ਸਿਰਫ ਫਾਈਨੈਂਸ਼ੀਅਲ ਰਿਸੋਰਸਿਸ ਕਰਕੇ ਨਹੀਂ ਹੁੰਦਾ। ਜਿੱਥੇ ਮਨੁੱਖਤਾ ਘਟ ਜਾਂਦੀ, ਜਿੱਥੇ ਮਾਨਵਤਾ ਮਰ ਜਾਂਦੀ, ਤੇ ਅਲਟੀਮੇਟਲੀ ਜੇ ਆਪਾਂ ਇਹਨਾਂ ਸਮਾਜਾਂ 'ਚ ਆਏ, ਇੱਥੇ ਅਸੀਂ ਵੈਲਿਊ ਬੇਸ ਸਿਸਟਮ ਅਡਾਪਟ ਨਹੀਂ ਕਰਾਂਗੇ, ਫਿਰ ਕਿੱਥੇ ਜਾਵਾਂਗੇ? ਜਿਵੇਂ ਉਲਾਮਾ ਇਕਬਾਲ ਦੀ ਕਈ ਵਾਰੀ ਉਹ ਗੱਲ ਮੈਂ ਦੁਹਰਾ ਕੇ ਕਹਿੰਦਾ ਵੀ ਕਈ ਵਾਰੀ ਲੋਕ ਕਹਿੰਦੇ, ਅਬ ਤੋਂ ਘਬਰਾ ਕੇ ਕਹਤੇ ਹੈ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਮਿਲਾ ਤਾਂ ਕਹਾਂ ਜਾਏਂਗੇ। ਹੁਣ ਤੇ ਕਹਿੰਦੇ ਮਾੜੀ ਜੀ ਗੱਲ ਹੈ ਵੀ ਬਸ ਮੈਂ ਮਰ ਜਾਣਾ, ਉਹ ਕਹਿੰਦੇ ਕੀ ਪਤਾ ਮਰ ਕੇ ਅਗਰ ਹੋਰ ਨਰਕੇ ਜਾਵਾਂਗੇ, ਫਿਰ ਕਿੱਥੇ ਜਾਵਾਂਗੇ? ਹੁਣ ਤੇ ਅਲਟੀਮੇਟਲੀ ਆ ਹੈ, ਪਰ ਇਹ ਹੈ ਕਿ ਬੰਦਾ ਸੁਧਾਰਵਾਦੀ ਹੋ। ਬਾਣੀ ਸਾਨੂੰ ਕਹਿੰਦੀ ਹੈ ਸਵਰਗ ਕੈਰੀ ਕਰਕੇ ਨਾਲ ਲੈ ਕੇ ਜਾਣਾ ਹੈ, ਕਿਤੇ ਬਾਹਰ ਨਹੀਂ ਮਿਲਣਾ। ਮੋਏ ਹੋਏ ਜੋ ਮੁਕਤ ਦੇਹੋਗੇ, ਜੇ ਮਰਨ ਤੋਂ ਬਾਅਦ ਹੀ ਮੁਕਤੀ ਮਿਲੇਗੀ ਤੇ ਮੁਕਤ ਨਾ ਜਾਲਣਾ ਕੋਇਲਾ, ਫਿਰ ਮੁਕਤੀ ਨੂੰ ਕੌਣ ਵੇਖੇਗਾ? ਇੱਥੇ ਜੀਵਨ ਮੁਕਤ ਦਾ ਕਨਸੈਪਟ ਇੱਥੇ ਮਹਾਰਾਜ ਨੇ ਬਿਆਨ ਕੀਤਾ ਕਿ ਭਲੇ ਬੰਦੇ, ਸੱਚ ਇਹ ਹੈ ਕਿ ਤੂੰ ਇਸੇ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਤ੍ਰਿਕਾਰਯੋਗ ਨਹੀਂ ਸਵਾਰਨਾ, ਅਦਰਵਾਈਜ਼ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਇੱਕ ਸਮਾਂ ਆਵੇਗਾ, ਇਹ ਸੋਚ ਤੇਰੇ ਅੰਦਰ ਆਵੇਗੀ, ਮਨਮੁਖ ਨਾਮ ਚਿਤ ਨਾ ਆਵੇ, ਬਿਨ ਨਾਮੈ ਬਹੁਤ ਦੁੱਖ ਪਾਵਣਿਆ। ਫਿਰ ਨਾਮ ਦੀ ਗੱਲ ਆ ਗਈ। ਸਾਡੇ ਸਿੱਖ ਜਗਤ ਵਿੱਚ ਵੀ ਜਦੋਂ ਇਹ ਬਾਤ ਕੀਤੀ ਜਾਂਦੀ ਹੈ, ਇਹਦੇ ਬਾਰੇ ਬੜੀ ਕਨਫਿਊਜ਼ਨ ਹੈਗੀ ਹੈ ਕਿ ਨਾਮ ਦਾ ਜਾਵੀਆ ਕੀ ਹੈ, ਸਭ ਚੀਜ਼ਾਂ ਕੀ ਨੇ। ਹਾਲਾਂਕਿ ਇਹ ਸ਼ਬਦ ਸ਼ੁਰੂ ਤੋਂ ਇੱਕ ਡਿਟੇਲਡ ਵੇ ਨਾਲ ਐਕਸਪਲੇਨ ਕਰ ਰਿਹਾ ਆ। ਮੈਂ ਫਿਰ ਬੇਨਤੀ ਕਰਾਂਗਾ, ਕਿਸੇ ਵੀ ਚੀਜ਼ ਦੀ ਇੱਕ ਸਿਲਵਰ ਬੁਲੇਟ ਨਹੀਂ ਹੈਗੀ। ਜੇ ਇੱਕ ਸਿਲਵਰ ਬੁਲੇਟ ਹੁੰਦੀ, ਇੱਕ ਜਿਸ ਪਰਟੀਕੂਲਰ ਮੈਸੇਜ ਹੁੰਦਾ, ਤੇ ਬਾਬਾ ਜੀ ਇੱਕੋ ਬਚਨ 'ਚ ਕਹਿ ਕੇ ਡਨ ਕਰ ਜਾਂਦੇ ਬਾਤ। 10 ਜ਼ਿੰਦਗੀਆਂ ਲਾਈਆਂ ਬਾਬਾ ਜੀ ਨੇ, ਉਮਰਾਂ ਲਾ ਦਿੱਤੀਆਂ,
70 ਸਾਲ ਦੀ ਉਮਰ ਪੂਰੀ ਲਾਈ, ਅਗਲੇ ਜਾਮੇ 'ਚ ਲੈ ਕੇ ਅਗਲੇ ਜਾਮੇ 'ਚ। ਇਹ ਜੀਵਨ ਜਾਚ, ਇਟਸ ਏ ਵੇ ਆਫ ਲਾਈਫ, ਜਿਹਦੇ 'ਚ ਹਰ ਪਹਿਲੂ ਹਰ ਪੜਾਅ ਦੇ ਉੱਤੇ ਸਾਨੂੰ ਸਿੱਖਿਆ ਚਾਹੀਦੀ, ਸਾਨੂੰ ਤਰੀਕਾ ਸਲੀਕਾ ਚਾਹੀਦਾ। ਉਹਦੀ ਬਾਤ ਹੀ ਨਾਮ ਦੇ ਜਾਵੀਏ 'ਚ ਆਉਂਦੀ ਹੈ। ਖੈਰ ਅਗਲਾ ਬਚਨ ਜਿਹੜਾ ਮਹਾਰਾਜ ਨੇ ਬਿਆਨ ਕੀਤਾ, ਜਿਨ ਸਿਸ਼ਟ ਸਾਜੀ ਸੋਈ ਜਾਣਾ ਹੈ। ਬਾਕੀ ਇਹ ਹੈ ਬਾਬਾ ਜੀ ਸਭ ਕੁਝ ਦੱਸਦੇ ਹੋਏ ਵੀ ਸਾਨੂੰ ਕਹਿੰਦੇ ਵੀ ਭਾਈ ਗੱਲ ਮੈਸੇਜ ਪੂਰਾ ਨਹੀਂ ਹੋਇਆ। ਸ੍ਰਿਸ਼ਟੀ ਸਿਰਜਣ ਵਾਲੇ ਜਾਣਦਾ, ਕਿਆ ਜਿਨ ਸਿਸ਼ਟ ਸਾਜੀ ਸੋਈ ਜਾਣਾ, ਆਪੇ ਮੇਲਾ ਸ਼ਬਦ ਪਛਾਣਾ। ਫਿਰ ਉਹ ਤਰਸ ਕਰਦਾ ਹੈ, ਆਪ ਹੀ ਮਿਲਾਪ ਵੀ ਕਰਾ ਦਿੰਦਾ ਹੈਗਾ। ਸੱਚ ਕਦੀ ਮਰਦਾ ਨਹੀਂਗਾ, ਕਿਸੇ ਦੁਨੀਆ 'ਚ ਵੀ ਨਹੀਂ ਮਰਦਾ। ਯਥਾਰਥਕ ਧਰਾਤਲ ਦੇ ਉੱਤੇ ਬੰਦਾ, ਆਪਾਂ ਔਗੁਣਾਂ ਦੀ ਵੀ ਗੱਲ ਕਰਦੇ ਹਾਂ ਪਰ ਜੇਤੂ ਗੁਣ ਹੁੰਦੇ ਨੇ, ਆਪਾਂ ਕੂੜ ਦੀ ਵੀ ਗੱਲ ਕਰਦੇ ਹਾਂ ਪਰ ਜੇਤੂ ਸੱਚ ਹੁੰਦਾ ਆ। ਮਨੁੱਖਤਾ ਸਭ ਦੇ ਅੰਦਰ ਰਹਿੰਦੀ ਹੈ। ਮਨ ਦੀ ਦੁਨੀਆ ਦੇ ਵਿੱਚ ਵੀ ਬੜਾ ਕੂੜ ਕਬਾੜ ਚੱਲਦਾ, ਪਰ ਅਲਟੀਮੇਟਲੀ ਮਨ ਜੋਤ ਸਰੂਪ ਵੀ ਹੋ ਜਾਂਦਾ। ਇਹ ਵੀ ਪ੍ਰਭਾਵ ਇਹਦੇ ਵਿੱਚ ਹੈ। ਇੱਥੇ ਬਾਬਾ ਜੀ ਨੇ ਬਿਆਨ ਕੀਤਾ, ਆਪੇ ਮੇਲਾ ਸ਼ਬਦ ਪਛਾਣਾ, ਨਾਨਕ ਨਾਮ ਮਿਲਿਆ ਤਿੰਨ ਜਨ ਕੋ। ਹੇ ਨਾਨਕ, ਉਹਨਾਂ ਨੂੰ ਨਾਮ ਦਾ ਰਾਹ ਮਿਲ ਗਿਆ, ਉਹ ਜਨ ਨੂੰ ਜਿਹਨੇ ਆਪਣੇ ਆਪ ਨੂੰ ਚੀਣ ਲਿਆ, ਜਾਣ ਲਿਆ। ਨਾਨਕ ਨਾਮ ਮਿਲਿਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ, ਜਿਹਨੂੰ ਕੋਈ ਮੱਥੇ ਤੋਂ ਧੁਰ ਤੋਂ ਲੇਖ ਲਿਖਿਆ ਹੋਇਆ ਪ੍ਰਾਪਤ ਹੋ ਗਿਆ। ਤੇ ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਦੇ ਬਚਨ ਪੜ੍ਹਦੇ ਹਾਂ, ਹਮਰੇ ਮਸਤਕ ਦਾਗ ਦਗਾਨੇ, ਜਿਨ੍ਹਾਂ ਦੇ ਮੱਥੇ ਤੇ ਬਾਬੇ ਨੇ ਦਾਗ ਦੇ ਕੇ ਪੱਕੀ ਮੋਹਰ ਹੀ ਲਾਈ ਹੋਏ। ਹਮ ਕਰਜ ਗੁਰੂ ਬਹੁ ਸਾਂਢੇ, ਅਸੀਂ ਤੇ ਭੱਜ ਹੀ ਨਹੀਂ ਨਾ ਸਕਦੇ। ਸਾਨੂੰ ਤੇ ਗੁਰੂ ਨੇ ਇੰਨਾ ਜ਼ਿਆਦਾ ਸਾਡੇ ਸਿਰ ਤੇ ਗੁਰੂ ਨੇ ਕਰਜ਼ਾ ਦਿੱਤਾ ਆ, ਸਾਨੂੰ ਇੰਨਾ ਜ਼ਿਆਦਾ ਬਖਸ਼ਿਸ਼ ਕੀਤੀ ਹੈਗੀ ਹੈ ਕਿ ਅਸੀਂ ਤੇ ਕਿਸੇ ਤਰੀਕੇ ਨਾਲ ਵੀ ਕਿਤੇ ਨਹੀਂ ਜਾ ਸਕਦੇ। ਤੇ ਐਂਡ ਆਫ ਦਾ ਡੇ ਇਹ ਹੈ, ਜਿਨ੍ਹਾਂ ਨੂੰ ਸਿੱਖੀ ਵਿਰਾਸਤ 'ਚ ਇੰਨੀ ਗੂੜੀ ਮਿਲੀ ਹੋਏ, ਉਹ ਕਿਤੇ ਵੀ ਜਾਣਗੇ ਸਿੱਖੀ ਨਾਲ ਜਾਏਗੀ, ਸਿੱਖੀ ਦਾ ਅਹਿਸਾਸ ਨਾਲ ਜਾਏਗਾ। ਇਸੇ ਕਰਕੇ ਅਸੀਂ ਦੂਰ ਹੋ ਕੇ ਵੀ ਗੁਰੂ ਤੋਂ ਦੂਰ ਨਹੀਂ ਜਾ ਪਾਉਂਦੇ। ਅਸੀਂ ਗੁਰੂ ਤੋਂ ਜਿਹੜਾ ਹੈਗਾ ਮੁਨਕਰ ਹੋ ਕੇ ਵੀ ਮੁਨਕਰ ਨਹੀਂ ਹੋ ਪਾਉਂਦੇ, ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਗੁਰੂ 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 ਕਰਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਉਹ ਅਹਿਸਾਸ ਹੈ, ਉਹ ਜਿਹੜੀ ਚੀਜ਼ ਆ। ਤੇ ਇਹੀ ਲੇਖ ਲਿਖਣਾ ਆ। ਤੇ ਇਹ ਚੀਜ਼ ਨੂੰ ਬਸ ਇਹੀ ਅਰਦਾਸ ਵਿੱਚ ਕਨਵਰਟ ਕਰੀਏ ਤੇ ਆਪਣੇ ਪ੍ਰਯਾਸ ਨੂੰ ਗੁਰੂ ਆਸ਼ੇ ਮੁਤਾਬਕ ਚੱਲੀਏ। ਆਪ ਸਮਾਂ ਕੱਢਦੇ ਹੋ ਇੰਨੀ ਦੇਰ ਸ਼ਾਮ, ਮੈਂ ਇਸ ਵਾਸਤੇ ਆ ਸ਼ੁਕਰਗੁਜ਼ਾਰ ਹਾਂ। ਮਾਲਕ ਦੇ ਬਚਨ ਨੇ, ਆਈ ਐਮ ਜਸਟ ਇੰਟਰਪ੍ਰੇਟਰ, ਆਈ ਐਮ ਸੇਮ boat as you are sitting in that boat. We are just actually enjoying the explanation of the Bani, and that's my job, and take it that my job ਇਹਨੂੰ ਸਰੂਪ ਵਿੱਚ ਲਿਆ ਜਾਏ। ਬਾਕੀ ਮੇਰੀ ਵੀ ਅਰਦਾਸ ਇਹ ਹੈ, ਮਾਲਕ ਸਾਡੀ ਵੀ ਯਾਤਰਾ ਸਫਲੀ ਕਰੇ, ਸਾਰਿਆਂ ਦੀ ਯਾਤਰਾ ਸਫਲੀ ਹੋਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭਾਈ ਸਾਹਿਬ ਸਮੁੱਚੀ ਸਮਾਪਤੀ ਕਰਾਉਣਗੇ। ਮੈਂ ਇੱਥੇ ਇਜਾਜ਼ਤ ਚਾਹਾਂਗਾ, ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।